ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ। ਮਾਰੂ ਮਹੱਲਾ ਤੀਜਾ। ਸੋ ਸੱਚ ਸੇਵਹੁ ਸਿਰਜਣਹਾਰਾ, ਸਭ ਦੇ ਦੁਖ ਨਿਵਾਰਨਹਾਰਾ। ਫਰਮਾਨ ਕਰ ਰਹੇ ਹਨ ਸਤਿਗੁਰੂ ਪਾਤਸ਼ਾਹ ਕਿ ਹੇ ਭਾਈ, ਉਸ ਸਦਾ ਕਾਇਮ ਰਹਿਣ ਵਾਲੇ ਕਰਤਾਰ ਦਾ ਸਿਮਰਨ ਕਰਿਆ ਕਰੋ। ਉਹ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਜੀਵਾਂ ਦੇ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ, ਤਾਕਤ ਵਾਲਾ ਹੈ। ਅਗਮ ਅਗੋਚਰ ਕੀਮਤ ਨਹੀਂ ਪਾਈ, ਆਪੇ ਅਗਮ ਅਥਾਹ ਹੈ। ਫਿਰ ਫਰਮਾਨ ਕਰਦੇ ਹਨ ਕਿ ਹੇ ਭਾਈ, ਉਹ ਅਪਹੁੰਚ ਅਗੋਚਰ ਤੇ ਅਥਾਹ ਪ੍ਰਭੂ ਆਪਣੇ ਵਰਗਾ ਆਪ ਹੀ ਹੈ। ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਫਿਰ ਫਰਮਾਨ ਹੈ, ਆਪੇ ਸੱਚਾ ਸੱਚ ਵਰਤਾਏ, ਇੱਕ ਜਨ ਸਾਚੈ ਆਪੇ ਲਾਏ। ਹੇ ਭਾਈ, ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਆਪਣਾ ਅਟੱਲ ਹੁਕਮ ਵਰਤਾ ਰਿਹਾ ਹੈ। ਕਈ ਭਗਤ ਜਨ ਐਸੇ ਹਨ, ਉਸ ਦੇ ਪਿਆਰੇ ਐਸੇ ਹਨ, ਜਿਨ੍ਹਾਂ ਨੂੰ ਉਸ ਸਦਾ ਥਿਰ ਕਰਤਾਰ ਨੇ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਰੱਖਿਆ ਹੈ। ਉਹ ਭਗਤ ਜਨ ਸਦਾ ਥਿਰ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਰਹਿੰਦੇ ਹਨ। ਫਿਰ ਫਰਮਾਨ ਹੈ, ਸਾਚੋ ਸੇਵਹਿ ਸਾਚ ਕਮਾਵਹਿ, ਨਾਮੇ ਸੱਚ ਸਮਾਹਹਿ। ਸਦਾ ਥਿਰ ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ ਉਹ ਭਗਤ ਜਨ। ਨਾਮ ਸਿਮਰਨ ਦੀ ਬਰਕਤ ਨਾਲ ਉਹ ਉਸ ਸਦਾ ਥਿਰ ਪਰਮਾਤਮਾ ਦੇ ਵਿੱਚ ਲੀਨ ਰਹਿੰਦੇ ਹਨ। ਫਿਰ ਫਰਮਾਨ ਹੈ, ਧੁਰ ਭਗਤਾਂ ਮੇਲੇ ਆਪ ਮਿਲਾਏ, ਸੱਚੀ ਭਗਤੀ ਆਪੇ ਲਾਏ। ਹੇ ਭਾਈ, ਧੁਰ ਦਰਗਾਹ ਤੋਂ ਭਗਤਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਲ ਮਿਲਾਉਂਦਾ ਹੈ। ਆਪ ਹੀ ਉਹਨਾਂ ਨੂੰ ਆਪਣੀ ਸੱਚੀ ਭਗਤੀ ਵਿੱਚ ਜੋੜਦਾ ਹੈ। ਉਸ ਦੀ ਆਪਣੀ ਮਿਹਰ ਦੀ ਨਿਗਾਹ ਨਾਲ ਹੀ ਮਨੁੱਖ ਸਿਫਤ ਸਲਾਹ ਦੀ ਬਾਣੀ ਰਾਹੀਂ, ਫਿਰ ਫਰਮਾਨ ਹੈ, ਸਾਚੀ ਬਾਣੀ ਸਦਾ ਗੁਣ ਗਾਵੈ, ਇਸ ਜਨਮੈ ਕਾ ਲਾਹਾ ਹੈ। ਨੇ ਫਿਰ ਉਹਦੀ ਸਿਫਤ ਸਲਾਹ ਦੀ ਬਾਣੀ ਦੀ ਰਾਹੀਂ ਸਦਾ ਉਸ ਦੇ ਗੁਣ ਗਾਉਂਦਾ ਹੈ। ਹੇ ਭਾਈ, ਕਹਿੰਦੇ ਇਹ ਸਿਫਤ ਸਲਾਹ ਹੀ ਉਸ ਮਨੁੱਖਾ ਜਨਮ ਦੀ ਖੱਟੀ ਹੈ। ਇਹੀ ਲਾਹਾ ਹੈ ਉਹਦਾ, ਮਨੁੱਖਾ ਜਨਮ ਦਾ, ਪਰਮਾਤਮਾ ਦੀ ਭਗਤੀ ਕਰਨੀ।
फिर फरमान है, गुरमुख वाणिज करहि पर आप पछाणहि, एक बिन को अवर ना जानहि। नहीं भाई, ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਨਾਮ ਜਪਣ ਦਾ ਵਣਜ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਕਿਸੇ ਪਰਾਏ ਨੂੰ ਤੇ ਕਿਸੇ ਆਪਣੇ ਨੂੰ ਇਉਂ ਪਛਾਣਦੇ ਹਨ ਕਿ ਇਹਨਾਂ ਵਿੱਚ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਵਸਦਾ ਹੀ ਨਹੀਂ ਜਾਣਦੇ। ਕਹਿਣ ਦਾ ਭਾਵ ਉਹਨਾਂ ਨੂੰ ਕਿਸੇ ਦੇ ਵਿੱਚ ਕੋਈ ਫਰਕ ਹੀ ਨਹੀਂ ਆਉਂਦਾ, ਦੂਜਾ ਤੀਜਾ ਕੋਈ ਦਿਸਦਾ ਹੀ ਨਹੀਂ। ਜਿਹੜੇ ਉਹ ਪਰਮਾਤਮਾ ਦੀ ਸ਼ਰਨ ਪੈਂਦੇ, ਉਹਦਾ ਨਾਮ ਜਪਦੇ ਹੈ, ਉਹ ਕਿਸੇ ਦੇ ਵਿੱਚ ਫਰਕ ਨਹੀਂ ਕਰਦੇ। ਕਹਿਣ ਦਾ ਭਾਵ ਉਹ ਸਾਰਿਆਂ ਨੂੰ ਆਪਦੇ ਹੀ ਸਮਝਦੇ ਹੈ, ਪਰਾਇਆ ਨਹੀਂ ਸਮਝਦੇ ਕਿਸੇ ਨੂੰ। तो फिर फरमान है, सच्चा साहू सच्चे वणजारे, पूंजी नाम विसाही। ਤਾਂ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਹਨ, ਕਹਿੰਦੇ ਉਹ ਸਮਝਦੇ ਹਨ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਹੈ, ਸਤਿਗੁਰੂ ਦੀ ਬਾਣੀ ਦੇ ਨਾਲ ਜੁੜੇ ਹੋਏ ਹੈ। ਉਹ ਸਮਝਦੇ ਹਨ ਕਿ ਸਭਨਾਂ ਨੂੰ ਆਤਮਿਕ ਜੀਵਨ ਦੀ ਪੂੰਜੀ ਦੇਣ ਵਾਲਾ ਸ਼ਾਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਜੀਵ ਉਸ ਦੇ ਸਦਾ ਥਿਰ ਨਾਮ ਦਾ ਵਣਜ ਕਰਨ ਵਾਲੇ ਹਨ। ਪਰਮਾਤਮਾ ਪਾਸੋਂ ਪੂੰਜੀ ਲੈ ਕੇ ਉਸ ਦਾ ਨਾਮ ਸੌਦਾ ਖਰੀਦਦੇ ਹਨ, ਫਿਰ ਉਹ ਨਾਮ ਦਾ ਵਣਜ ਕਰਦੇ ਹਨ। फिर अगे फरमान है, आपे साजे श्रेष्ठ उपाय, विरले को गुर शब्द बुझाए। हे भाई, परमात्मा आप ही जीवां नूं पैदा करता है, आप ही सृष्टि रचदा है। ਕਿਸੇ ਵਿਰਲੇ ਭਾਗਾਂ ਵਾਲੇ ਨੂੰ ਗੁਰੂ ਦੇ ਸ਼ਬਦ ਦੀ ਸੂਝ ਵੀ ਆਪ ਹੀ ਬਖਸ਼ਦਾ ਹੈ। ਤਾਂ ਫਿਰ ਫਰਮਾਨ ਹੈ, ਸਤਿਗੁਰ ਸੇਵਹਿ ਸੇ ਜਨ ਸਾਚੇ, ਕਾਟੇ ਜਮ ਕਾ ਫਾਹਾ ਹੈ। ਕਹਿੰਦੇ ਉਸ ਦੀ ਮਿਹਰ ਨਾਲ ਜਿਹੜੇ ਮਨੁੱਖ ਸਤਿਗੁਰੂ ਦੀ ਸ਼ਰਨ ਪੈਂਦੇ ਹਨ, ਸਤਿਗੁਰੂ ਦੇ ਲੜ ਲੱਗਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹੈ। ਉਹ ਆਪਦੇ ਜੀਵਨ ਦੇ ਵਿੱਚ ਡੋਲਦੇ ਨਹੀਂ, ਜਿੰਨੀ ਮਰਜ਼ੀ ਮੁਸੀਬਤ ਆ ਜਾਏ। ਪਰਮਾਤਮਾ ਆਪ ਹੀ ਉਹਨਾਂ ਦੀ ਜਮ ਆਤਮਿਕ ਮੌਤ ਦੀ ਫਾਹੀ ਕੱਟਦਾ ਹੈ। ਜਮਾਂ ਦੀ ਫਾਹੀ ਪਰਮਾਤਮਾ ਆਪ ਹੀ ਕੱਟਦਾ ਹੈ ਉਹਨਾਂ ਦੀ। ਫਿਰ ਅੱਗੇ ਫਰਮਾਨ ਹੈ, ਭੰਨੈ ਘੜੇ ਸਵਾਰੇ ਸਾਜੇ, ਮਾਇਆ ਮੋਹੇ ਦੂਜੈ ਜੰਤ ਪਾਜੇ। ਨਹੀਂ ਭਾਈ, ਜੀਵਾਂ ਦੇ ਸਰੀਰ ਰੂਪੀ ਭਾਂਡੇ ਘੜ ਕੇ, ਭਾਵ ਪੈਦਾ ਕਰਕੇ, ਬਣਾ ਕੇ ਆਪ ਹੀ ਭੰਨਦਾ, ਖਤਮ ਕਰ ਦਿੰਦਾ, ਨਾਸ਼ ਕਰ ਦਿੰਦਾ, ਤੇ ਆਪ ਹੀ ਪੈਦਾ ਕਰਦਾ ਹੈ ਤੇ ਸੰਵਾਰਦਾ ਹੈ। ਮਾਇਆ ਦੇ ਮੋਹ ਵਿੱਚ, ਮੇਰ ਤੇਰ ਵਿੱਚ ਵੀ ਜੀਵ ਉਸਨੇ ਆਪ ਹੀ ਪਾਏ ਹੋਏ ਹਨ। ਫਿਰ ਫਰਮਾਨ ਹੈ, ਮਨਮੁਖ ਫਿਰਹਿ ਸਦਾ ਅੰਧ ਕਮਾਵਹਿ,
जम का जेवड़ा गल फाहा है। पर कहते अपने मन के पिछे तुरन वाले मनुख मोह विच भटकदे फिरदे हैं, सदा अन्यां वाला काम करते रहते हैं। जिहड़े आपदे मन के पिछे तुरदे है, जिहड़े गुरु की मत ते नहीं तुरदे, वो कहते सदा अन्यां वाला काम करते रहते हैं। उन्हां दे गल विच आत्मक मौत की रस्सी फाही पई रहिंदी है। फिर फरमान है, आपे बख्शे गुर सेवा लाए, गुरमति नाम मन वसाए। नहीं भाई, प्रभु आप जिन्हां उत्ते बख्शिश करदा है उन्हां नूं गुरु की सेवा दे विच जोड़दा है। अगे भी कई बारी बेनती करते हैं भी जो आ संगत जां कोई आ सेवा संगत आके करती है, ये चंगे भागां दी निशानी है। ये समझ लो मेहर की निगाह इनू कह सकते हैं, भी उहदी मेहर की निगाह है। नहीं तो होर दुनिया बथेरी वसदी है, होर नहीं कोई आके सेवा कर लेंदा, होर नहीं कोई आके संगत दे विच बैठ जांदा। यही सतगुरु पातशाह ने इत्थे समझा रहे हैं। कहंदे फिर वो जिन्हां उत्ते बख्शिश करदा ना वही आउंदा संगत दे विच, नहीं तो नींद हरेक नूं प्यारी लगती है। किहदे कोले समा इन्ना, आपदे घर दे काम नहीं हुंदे, ते पर गुरु दे दर ते आके सेवा करनी, झाड़ू कढ़ना, पोचा लाउणा, आपदे घर दे काम नहीं हुंदे। इस करके यह मेहर की निशानी है, ये खिंच के लैके आउंदा है परमात्मा काल पुरख, एवें नहीं आए। यह बहुत वड्डे भाग है। मान लो जिहड़ा कोई संगत दे विच आउंदा है, जिहड़ा नाम बैठ के बाणी सुननी, ये भी बहुत वड्डी सेवा है। इस करके मान लो हुण कई बारी की हुंदा है, जदों सेवा हो गई फिर आपां उस सेवा दे विच ही एवें दोबारा फिर जिवें मान लो निशान साहब दा ला लो, एक बार इशनान कराता, दूजी बार जरूरत नहीं है। जे समा हैगा तो बैठ के बाणी सुन लो, जां होर कोई सेवा करने वाली है तो वह कर लो, वह भी फल उन्ना ही मिलना है। इक्को सेवा एक पासे मान लो कचरा पिया होवे चक्कण वाला, कोई किसी को समा उन्ना क सीगा उन्हें इकट्ठा करता ते सेवा हो गई। तो जे दोबारा आके उसे सेवा नूं लगी तो कचरा ना चकीए तो समझ लो सेवा का फल नहीं है, उसका कोई फायदा नहीं है। घर दे विच आपां तुसीं सोच के वेखो भी जदों एक जाने ने झाड़ू कढ़ के ते पोचा लाता, उस तो बाद दूसरा उदों ही नाल 10 मिनटां बाद फिर दुबारे उही काम करन लग जे, जां करदे आपां सोच के वेखीए तां। क्योंकि सोचण शक्ति सानू बुद्धि दित्ती है उस अकाल पुरख ने, विवेक बुद्ध कहंदे हैं जिन्हों, सारे चंगे माड़े की परख करने वास्ते ये सारा कुछ सोचण वास्ते दिता है। तो कोई नहीं लाउंदा, मान लो जिवें सफाई की हुई है दोबारे वो नहीं करता, उस वक्त नहीं करता, 5-10 मिनटां बाद, अद्धे घंटे बाद। हाँ कोई चीज़ खराब हो गई वो गल वखरी है, कोई चीज़ डुल गई या होर है, पर सफाई की हुई उहदे उत्ते दोबारे नहीं। इशनान आपां तड़के किन्ने वारी करके आउंदे आ, 3 वारी कि 4 वारी कि 1 बार। इस करके निशान साहब की सेवा करनी जरूरी है, पर जे किसी ने करती दोबारे नहीं जरूरत, कोई होर सेवा कर सकते, वह भी फल उन्ना ही है। मान लो जिवें दस्सिया कि कोई होर आसे पासे जिवें लंगर हाल दे ला लो, बरांडियां दे विच चलो दूजे पासे ताला लग्या हुंदा है, उधर सफाई करती, वह भी फल उन्ना ही है। सारे गुरु घर दे विच भलां दी रोज़ सेवा हो जाए, किड्डा वड्डा गुरु घर है। बाहर गेट दे मूहरे भी सेवा कर ली, वह भी फल उन्ना ही है। मान लो किसी कोई पशु ने या होर है
कोई उस तरह का गोहा पिया होर है, किसी का हनेरे दे विच पैर ना रखा जाए, उसकी सफाई करती, उसका भी फल उस तो वध है। इस करके सतगुरु पातशाह ये कहते भी भागां दी, वड्डे भागां दी निशानी है जी कोई सेवा करदा है तां। इस करके सेवा मेहर दी निगाह है, इनू बख्शिश कह सकते हैं। सो रहो विचार, कहते गुरु दी मत दे के अपना नाम उन्हां दे मन विच वसाउंदा है वो अकाल पुरख परमेश्वर। फिर फरमान है, अन दिन नाम ध्याई साचा, इस जग में नामो लाहा है। तां सतगुरु पातशाह समझाउणा करदे हन, कहंदे जिहड़ा मनुख हर वेले, अन दिन मतलब हर वेले हर नाम सिमरदा है, वो अडोल जीवन वाला हो जाता है। इस करके ही भाई ने परमात्मा का नाम ही इस जगत विच खट्टी है, लाहा है। ये जिन्ना ही लाहा लिया जाता है, ये लेना चाहिए। फिर फरमान है, आपे सच्चा सच्ची नाई, गुरमुख देवै मन वसाई। कहते हे भाई, प्रभु आप ही सदा कायम रहन वाला है, उसकी वडियाई भी सदा कायम रहन वाली है। गुरु दे सन्मुख रख के जीव नूं अपनी वडियाई दिंदा है, जीव दे मन विच वसाउंदा है। फिर फरमान है, जिन मन वसिया से जन सोहे, तिन सिर चूका काहा ही। काहा कहते हैं भारा, वजन। तां सतगुरु पातशाह समझाउणा करदे हन, कहंदे हे भाई, जिन्हां दे मन विच परमात्मा दा नाम आ वसदा है, वो मनुख लोक परलोक विच शोभदे हन, शोभा पाउंदे हन। उन्हां दे सिर उत्ते पिया भारा मुक जांदा है, वजन पिया होया, जन्मां जन्मां दा जो वजन भार है, काहा, वो खत्म हो जाता है, आज़ाद हो जाते हैं, टेंशन उन्हां दी खत्म हो जाती है। फिर फरमान है, आगम्य गोचर कीमत नहीं पाई, गुर प्रसादी मन वसाई। नहीं भाई, परमात्मा अपहुँच है, ज्ञान इंद्रियां दी पहुँच तो परे है, उसका मुल नहीं पाया जा सकता। किसी दुनियावी पदार्थ दे वट्टे नहीं मिल सकता। वो जे कहीं दुनियावी पदार्थ देइए तो उहदे वट्टे परमात्मा नूं प्राप्त कर लगे, नहीं। मन दे राम लिया है मोल, मन अर्पण करना पैंदा है, फिर परमात्मा मिलता है। होर भी वचन है, सिर धर तली गली मेरी आओ, इत मार्ग पैर तेरी जै, सिर दीजै कान ना कीजै। इस तरह मिलता है परमात्मा। आपदे आप नूं अर्पण करना पैंदा, गुरु दे हवाले करना पैंदा है, गुरु का गुलाम बनाना पैंदा आपदे आप नूं। मन की मर्जी छड्डनी पैंदी है, गुरु की मत धारण करनी पैंदी है, फिर वो मिलता है अकाल पुरख परमेश्वर। दुनियावी पदार्थों के वट्टे नहीं मिलता। जे दुनियावी पदार्थों के वट्टे मिलता हुंदा तो किदन दा लोग खरीद के रख लेंदे। इस करके आपां देखिया ही है, जदों करोना वेले ऑक्सीजना सी, कई विचारे ऑक्सीजना वालों मर गए, तो जिन्हां कोले पैसा सी उन्होंने खरीद के रख ली, लोड़ भी नहीं पई। इस करके जे परमात्मा दुनियावी पदार्थां वट्टे पैसे नाल कोई दुनिया की कोई भी चीज़, कोई हीरे जवाहरात
इन्हां दे वट्टे मिलदा हुंदा तां तकड़े लोग नहीं छड्डदे सी, लै लैंदे किदन दे। ये तां प्यार आपदे आप नूं अर्पण करना पैंदा है गुरु दे, फिर वो परमात्मा नूं पाया जा सकदा, नहीं तां नहीं मिलदा। ते ये करना बहुत औखा है, क्योंकि खेड ही परमात्मा ने ऐसी बनाई है। तो सतगुरु पातशाह समझाउणा करदे हन, कहंदे मैं तां उस नूं गुरु दी किरपा नाल अपने मन दे विच वसाउंदा हां। फिर फरमाना है, सदा शब्द सलाही गुणदाता, लेखा कोई ना मंगै ताहा है। कहने गुरु दे शब्द दी राही मैं सदा उस गुणा दे दाते दी सिफ सलाह करदा हाँ, जिहड़ा उस गुण दाते दी सिफ सलाह करदा है, उस दे कर्मां कहंदे लेखा कोई नहीं मंगदा। उहदे फिर लेखे दी बाकी रह ही नहीं जाती, लेखा उहदा खत्म हो जाता है, क्योंकि लेखा उहदा गुरु दे कोले हो जाता है। जिहड़ा आपदे आप नूं गुरु दे अर्पण कर दिंदा है, उहदा लेखा फिर नानक लेखा समझदा, फिर गुरु समझदा उसका लेखा। उन्होंने हिसाब किताब नहीं देना पैंदा, क्योंकि उन्हें आपदी मत वरती नहीं, उन्हें गुरु की मत वरती। इस करके भाव उहदा लेखे का हिसाब किताब जिहड़ा पुछया जाना है, जो असीं करते हैं, एक एक सवास का जिहड़ा सवास दे विच जो भी सोचते करते हैं, उहदा हिसाब किताब देना पैंदा है। पर जे असीं आपदे आप नूं गुरु दे अर्पण करता, गुरु दे लड़ ला लिया, फिर मान लो सब कुछ खत्म हो जाता है, फिर कोई हिसाब किताब नहीं देना पैंदा। क्योंकि असीं आपदी मन की मर्जी फिर जिहदा कर दिंदा है, जिन्हें आपदे आप नूं हवाले करता, उन्हें आपदी मर्जी कीती नहीं, उन्हें तो गुरु की मत ते तुरिया, ते गुरु फिर उन्होंने गलत रस्ते जाण ही नहीं दिंदा। तो फिर सतगुरु पातशाह समझाउणा करदे हन, ब्रह्मा बिसन रुद्र तिसकी सेवा, अंत ना पावहे अलखा भेवा। कहते हे भाई, ब्रह्मा विष्णु शिव ये सारे उस परमात्मा की ही शरण विच रहिंदे हन। ये वड्डे वड्डे देवते भी उस अलख अते अभेव परमात्मा के गुणां का अंत नहीं पा सकते। फिर फरमान है, जिनको नदर करहे तू अपनी, गुरमुख अलख लखाहा है। हे प्रभु, जिन्हां उत्ते तू अपनी मेहर की निगाह करदा है, उन्हां नूं गुरु की शरण पा के, गुरु दे लड़ ला के, गुरबाणी दे लड़ ला के तू अपना अलख स्वरूप समझा दिंदा उन्हां नूं। फिर अगे फरमान है, पूरा सतगुर सोझी पाई, एको नाम मन वसाई। कहने हे भाई, पूरे सतगुरु ने मैनू आत्मक जीवन की समझ बख्शी है, सोझी बख्शी है। जिस तरह पहला करके हटे हाँ बचन भी, सानू परमात्मा ने अकाल पुरख ने विवेक बुद्ध दिती है, सोचन समझन की भी आ चंगा है, आ माड़ा है, आ करन वाला है, आ नहीं करन वाला। ये सारा सोच है। जिवें कोई दान पुण्य अकली कीचा दान, सानू अकल दिती है, जिथे लोड़ है उत्थे दान करिए, उत्थे सेवा करिए, चाहे किसी भी तरह की होवे, चाहे माया की होवे, चाहे शरीर पक्षों होवे, चाहे हत्थां ना होवे, पैरां ना होवे, जिथे जरूरत है उत्थे चल के जाइए, किसी का भला करने वास्ते जाइए, माड़े पासे ना तुरीए, किसी का नुकसान करने वास्ते ना तुरीए। जे ये कदम पट्टीए तो किसी के भले वास्ते ही पट्टीए। इहो जी सोझी कहते जदों गुरु के लड़ लगते हैं तो फिर वो परमात्मा बख्शदा है। गुरु यह जी सोझी फिर पैदा कर दिंदा है।
ਤਾਂ ਫਿਰ ਸਮਝਾਉਣਾ ਕਰਦੇ ਹਨ, ਕਹਿੰਦੇ ਹੁਣ ਮੈਂ ਪਰਮਾਤਮਾ ਦਾ ਹੀ ਨਾਮ ਆਪਣੇ ਮਨ ਵਿੱਚ ਵਸਾਉਂਦਾ ਹਾਂ, ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ ਅਤੇ ਉਸ ਦਾ ਨਾਮ ਧਿਆਉਂਦਾ ਹਾਂ। ਫਿਰ ਫਰਮਾਨ ਹੈ, ਨਾਮ ਜਪੀ ਤੈ ਨਾਮ ਧਿਆਈ, ਮਹਿਲ ਪਾਏ ਗੁਣ ਗਾਹਾ ਹੈ। ਫਿਰ ਜਦੋਂ ਨਾਮ ਜਪਣ ਲੱਗ ਗਿਆ, ਨਾਮ ਧਿਆਉਣ ਲੱਗ ਗਿਆ, ਨਾਮ ਦੀ ਐਡੀ ਵੱਡੀ ਬਰਕਤ ਹੈ। ਨਾਮ ਦੀ ਬਰਕਤ ਨਾਲ ਪ੍ਰਭੂ ਚਰਨਾਂ ਦੇ ਵਿੱਚ ਟਿਕਾਣਾ ਪ੍ਰਾਪਤ ਕਰਕੇ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਿ ਮੈਂ ਉਸ ਦੇ ਗੁਣਾਂ ਵਿੱਚ ਚੁੱਭੀ ਲਾ ਰਿਹਾ ਹਾਂ। ਫਿਰ ਅੱਗੇ ਫਰਮਾਨ ਹੈ, ਸੇਵਕ ਸੇਵਹਿ ਮਨ ਹੁਕਮ ਅਪਾਰਾ, ਮਨ ਮੁਖ ਹੁਕਮ ਨਾ ਜਾਣਹਿ ਸਾਰਾ। ਨਹੀਂ ਭਾਈ, ਪਰਮਾਤਮਾ ਦੇ ਪਿਆਰੇ ਭਗਤ ਤਾਂ ਕਹਿੰਦੇ ਉਸ ਬੇਅੰਤ ਪ੍ਰਭੂ ਦਾ ਹੁਕਮ ਮੰਨ ਕੇ ਉਸ ਦੀ ਸੇਵਾ ਭਗਤੀ ਕਰਦੇ ਹਨ, ਪਰ ਦੂਜੇ ਪਾਸੇ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਦੇ ਹੁਕਮ ਦੀ ਕਦਰ ਨਹੀਂ ਸਮਝਦੇ, ਉਸ ਦੇ ਹੁਕਮ ਦੀ ਕਦਰ ਨਹੀਂ ਸਮਝਦੇ, ਜਿਹੜੇ ਆਪਦੇ ਮਨ ਦੇ ਪਿੱਛੇ ਤੁਰਦੇ ਹੈ। ਫਿਰ ਫਰਮਾਨ ਹੈ, ਹੁਕਮੇ ਮੰਨੇ ਹੁਕਮੇ ਵਡਿਆਈ, ਹੁਕਮੇ ਵੇ ਪ੍ਰਵਾਹ ਹੈ। ਕਹਿੰਦੇ ਇਹ ਭਾਈ, ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ, ਉਹਦੇ ਹੁਕਮ ਦੇ ਵਿੱਚ ਤੁਰਦਾ ਹੈ, ਉਹ ਪ੍ਰਭੂ ਹੁਕਮ ਮੰਨਣ ਦੀ ਰਾਹੀਂ ਲੋਕ ਪਰਲੋਕ ਦੀ ਵਡਿਆਈ ਪ੍ਰਾਪਤ ਕਰਦਾ ਹੈ। ਉਹ ਬੇਪਰਵਾਹ ਪ੍ਰਭੂ ਦੇ ਹੁਕਮ ਦੇ ਵਿੱਚ ਫਿਰ ਲੀਨ ਰਹਿੰਦਾ ਉਹ ਮਨੁੱਖ, ਲੋਕ ਪਰਲੋਕ ਦੀ ਵਡਿਆਈ ਮਿਲ ਜਾਂਦੀ ਹੈ ਉਹਨੂੰ। ਫਿਰ ਅੱਗੇ ਫਰਮਾਨ ਹੈ, ਗੁਰ ਪ੍ਰਸਾਦੇ ਹੁਕਮ ਪਛਾਣੈ, ਧਾਵਤ ਰਾਖੈ ਇਕਤ ਘਰ ਆਣੈ। ਇਹ ਭਾਈ, ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੀ ਰਜ਼ਾ ਨੂੰ ਪਛਾਣਦਾ ਹੈ, ਉਹ ਆਪਣੇ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਇਹਨੂੰ ਠੱਲ ਪਾ ਕੇ ਰੱਖਦਾ ਹੈ ਭਟਕਦੇ ਮਨ ਨੂੰ। ਜਿਹੜਾ ਉਸ ਅਕਾਲ ਪੁਰਖ ਦੀ ਰਜ਼ਾ ਨੂੰ ਪਛਾਣਦਾ, ਉਹ ਆਪਣੇ ਮਨ ਨੂੰ ਇੱਕ ਘਰ ਵਿੱਚ ਹੀ ਲੈ ਆਉਂਦਾ ਹੈ, ਭਾਵ ਆਪਦੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਟਿਕਾਈ ਰੱਖਦਾ ਹੈ, ਥਾਂ ਥਾਂ ਨਹੀਂ ਭਟਕਣ ਦਿੰਦਾ ਇਹਨੂੰ। ਨਾਮੇ ਰਾਤਾ ਸਦਾ ਬੈਰਾਗੀ, ਨਾਮ ਰਤਨ ਮਨ ਤਾਹਾ ਹੈ। ਕਹਿੰਦੇ ਉਹ ਮਨੁੱਖ ਹਰ ਨਾਮ ਵਿੱਚ ਰੰਗਿਆ ਜਾਂਦਾ ਹੈ, ਉਹ ਵਿਕਾਰਾਂ ਤੋਂ ਸਦਾ ਨਿਰਲੇਪ ਰਹਿੰਦਾ ਹੈ। ਪਰਮਾਤਮਾ ਦਾ ਰਤਨ ਨਾਮ ਉਸ ਦੇ ਮਨ ਵਿੱਚ ਵਸਿਆ ਰਹਿੰਦਾ ਹੈ। ਫਿਰ ਅੱਗੇ ਫਰਮਾਨ ਹੈ, ਸਭ ਜਗ ਮੈਂ ਵਰਤੈ ਏਕੋ ਸੋਈ, ਗੁਰ ਪ੍ਰਸਾਦੀ ਪ੍ਰਗਟ ਹੋਈ। ਇਹ ਭਾਈ, ਸਾਰੇ ਜਗਤ ਵਿੱਚ ਇੱਕ ਪਰਮਾਤਮਾ ਹੀ ਵਸਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਦਿਸਦਾ ਹੈ, ਪਰ ਸ਼ਬਦ ਗੁਰੂ ਦੀ ਕਿਰਪਾ ਨਾਲ ਦਿਸਦਾ ਹੈ। ਸਾਰੇ ਜਗਤ ਵਿੱਚ ਉਹ ਵਸਦਾ ਹੈ, ਜਿਹੜਾ ਗੁਰੂ ਦੇ ਲੜ ਲੱਗੀਏ, ਗੁਰੂ ਵਾਲੇ ਬਣੀਏ, ਬਾਣੀ ਪੜ੍ਹੀਏ, ਉਹਨੂੰ ਵਿਚਾਰੀਏ, ਫਿਰ ਸਾਰੇ ਥਾਂ 'ਤੇ ਉਹ ਪਰਮਾਤਮਾ ਅਕਾਲ ਪੁਰਖ ਦਿਸਣ ਲੱਗ ਪੈਂਦਾ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਫਿਰ ਫਰਮਾਨ ਹੈ, ਸ਼ਬਦ ਸਲਾਹੇ ਸੇ ਜਨ ਨਿਰਮਲ, ਨਿਜ ਕਰ ਵਾਸਾ ਤਾਹਾ ਹੈ। ਕਹਿੰਦੇ ਫਿਰ ਉਹ ਹਿਰਦੇ ਵਿੱਚ ਸਿਫਤ ਸਲਾਹ ਨੂੰ ਵਸਾ ਲੈਂਦੇ ਹੈ, ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹੈ, ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ, ਉਹਨਾਂ ਦਾ ਨਿਵਾਸ ਸਦਾ ਸਵੈ ਸਰੂਪ ਵਿੱਚ ਟਿਕਿਆ ਰਹਿੰਦਾ ਹੈ,
ਅੰਤਰ ਆਤਮੇ ਟਿਕਿਆ ਰਹਿੰਦਾ ਹੈ, ਭਟਕਣਾ ਖਤਮ ਹੋ ਜਾਂਦੀ ਹੈ ਉਹਨਾਂ ਦੀ। ਫਿਰ ਅੱਗੇ ਫਰਮਾਨ ਹੈ, ਸਦਾ ਭਗਤ ਤੇਰੀ ਸਰਨਾਈ, ਅਗਮ ਅਗੋਚਰ ਕੀਮਤ ਨਹੀਂ ਪਾਈ। हे प्रभु, हे अपहुँच ते अगोचर, तेरे भगत सदा तेरी शरण विच रहिंदे हन, पर कोई तेरा मुल नहीं पा सकता। किसी दुनियावी पदार्थ के वट्टे तो नहीं मिल सकता। फिर भी फरमान है, जो तुद भावहे त्यों तू राखहे, गुरमुख नाम ਧਿਆਹੇ। हे प्रभु, तू अपने भगतां नूं, सेवकां नूं, प्यारिਆਂ ਨੂੰ ਉਵੇਂ ਹੀ ਰੱਖਦਾ ਹੈ ਜਿਵੇਂ ਉਹ ਤੈਨੂੰ ਪਿਆਰੇ ਲੱਗਦੇ, ਚੰਗੇ ਲੱਗਦੇ ਆ, ਉਹਨਾਂ ਨੂੰ ਤੂੰ ਉਸੇ ਤਰ੍ਹਾਂ ਹੀ ਰੱਖਦਾ ਹੈ। ਤੇਰੇ ਭਗਤ ਗੁਰੂ ਦੀ ਸ਼ਰਨ ਪੈ ਕੇ ਤੇਰਾ ਨਾਮ ਧਿਆਉਂਦੇ ਹਨ। ਫਿਰ ਅੱਗੇ ਫਰਮਾਨ ਹੈ, ਸਦਾ ਸਦਾ ਤੇਰੇ ਗੁਣ ਗਾਵਾ, ਸੱਚੇ ਸਾਹਿਬ ਤੇਰਾ ਮਨ ਭਾਵਾ। हे प्रभु, ਮਿਹਰ ਕਰ, ਮੈਂ ਸਦਾ ਤੇਰੇ ਗੁਣ ਗਾਉਂਦਾ ਰਹਾਂ, ਤਾਂ ਕਿ हे ਸਦਾ ਥਿਰ ਮਾਲਕ, ਮੈਂ ਤੇਰੇ ਮਨ ਵਿੱਚ ਪਿਆਰਾ ਲੱਗਦਾ ਰਹਾਂ। ਇਹੋ ਜੀ ਮਿਹਰ ਕਰ। ਤੇਰਾ ਦਾਸ ਨਾਨਕ ਤੇਰੇ ਅੱਗੇ ਬੇਨਤੀ ਕਰਦਾ ਹੈ, ਨਾਨਕ ਸਾਜ ਕਹੈ ਬੇਨੰਤੀ, ਸੱਚ ਦੇਵਹੁ ਸੱਚ ਸਮਾਹਾਹੀ। ਤੇਰੇ ਮੂਹਰੇ ਬੇਨਤੀ ਕਰਦਾ ਹੈ, ਤੇਰੇ ਚਰਨਾਂ 'ਚ ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਅਤੇ ਅਸੀਂ ਵੀ ਇਹੀ ਬੇਨਤੀ ਕਰੀਏ, हे ਪ੍ਰਭੂ, ਸਾਡੇ 'ਤੇ ਵੀ ਕਿਰਪਾ ਕਰ। ਅਸੀਂ ਵੀ ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ ਮੰਗੇਗੀ ਗੁਰੂ ਤੋਂ ਜੇ ਮੰਗਣੀ ਹੈ ਤਾਂ। ਦੁਨਿਆਵੀ ਪਦਾਰਥ ਤਾਂ ਸਭ ਇੱਥੇ ਹੀ ਰਹਿ ਜਾਂਦੇ ਹੈ। ਇਸ ਕਰਕੇ ਜੇ ਮੰਗਣ ਯੋਗ ਹੈ ਤਾਂ ਬਾਣੀ ਦੀ ਦਾਤ ਮੰਗੇਗੀ, ਨਾਮ ਦੀ ਦਾਤ ਮੰਗੇਗੀ, ਗੁਰਸਿੱਖੀ ਦੀ ਦਾਤ ਮੰਗੇਗੀ। ਜਿਵੇਂ ਅੱਗੇ ਗੁਰੂ ਤੋਂ ਕੁਛ ਮੰਗਣਾ ਤਾਂ ਜੇ ਇਹ ਮਿਲ ਗਿਆ ਤਾਂ ਪਿੱਛੇ ਰਹਿ ਹੀ ਕੁਛ ਨਹੀਂ ਆਉਂਦਾ। ਇਸ ਕਰਕੇ ਅਸੀਂ ਵੀ ਇਹੀ ਬੇਨਤੀ ਕਰੀਏ, ਅਤੇ ਨਾਨਕ ਵੀ ਇਹੀ ਬੇਨਤੀ ਕਰਦਾ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਮੈਨੂੰ ਆਪਣਾ ਸਦਾ ਥਿਰ ਨਾਮ ਦੇ, ਮੈਂ ਤੇਰੇ ਸਦਾ ਥਿਰ ਨਾਮ ਦੇ ਵਿੱਚ ਲੀਨ ਹੀ ਹੋਇਆ ਰਹਾਂ। ਅਤੇ ਅਸੀਂ ਵੀ ਇਹੀ ਮੰਗੀਏ। ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ। ਵਿਚਾਰਾਂ ਕਰਦਿਆਂ ਬੇਅੰਤ ਤੁੰਤਾਈਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣਯੋਗ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।